ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਹੋਰ ਫਿਰ ਕੀ ਹਾਲ ਚਾਲ ਜੇ? ਹਾਲ ਚਾਲ ਪੰਜਾਬ ਵਰਗਾ ਹੀ ਹੈ, ਤੁਹਾਡਾ ਵੀ ਪੰਜਾਬ ਵਰਗਾ ਹੀ ਹੈ, ਕਿਉਂਕਿ ਪੰਜਾਬ ਤੋਂ ਅਲੱਗਾ ਤਾਂ ਆਪਾਂ ਹੋ ਨਹੀਂ ਸਕਦੇ ਔਰ ਰੋਜ਼ ਆਪਾਂ ਪੰਜਾਬ ਦੇ ਬਾਰੇ ਹੀ ਡਿਸਕਸ ਕਰਨਾ ਹੁੰਦਾ ਹੈ। ਤਾਂ ਜੋ ਪੰਜਾਬ ਦੇ ਅੰਦਰ ਸਾਰੀ ਇਨਵਾਇਰਨਮੈਂਟ ਬਣੀ ਹੋਈ ਹੈ, ਸਾਰਾ ਮਾਹੌਲ ਬਣਿਆ ਹੈ, ਉਹ ਸਾਡੇ ਸਾਰਿਆਂ ਦੇ ਅੰਦਰ ਬਣਿਆ ਹੋਇਆ, ਕਿਉਂਕਿ ਅੱਜ ਅਸੀਂ ਨਾ ਆਪਣੀ ਗਵਰਨਮੈਂਟ ਨੂੰ ਬਿਲਕੁਲ ਕ੍ਰਿਕਟ ਮੈਚ ਵਾਕਣ ਦੇਖਦੇ ਪਏ ਹਾਂ। ਇਸ ਬਾਲ ਦੇ ਉੱਤੇ ਛਿੱਕਾ, ਇਸ ਬਾਲ ਦੇ ਉੱਤੇ ਚੌਕਾ, ਇਸ ਬਾਲ ਦੇ ਉੱਤੇ ਕੋਈ ਰਨ ਬਣਿਆ ਕਿ ਨਹੀਂ ਬਣਿਆ, ਕਿਤੇ ਕੋਈ ਕਲੀਨ ਬੋਲਡ ਤਾਂ ਨਹੀਂ ਹੋ ਗਿਆ, ਗੁੱਲੀ ਤਾਂ ਨਹੀਂ ਉੜ ਗਈ। ਅੱਛਾ, ਫਿਰ ਮੈਨੂੰ ਲੱਗਦਾ ਓਪੋਜੀਸ਼ਨ ਵਾਲਿਆਂ ਨੂੰ ਤੁਸੀਂ ਫਿਰ ਇੱਦਾਂ ਦੇਖਦੇ ਹੋਣੇ ਹੋ, ਜਿਹੜੇ ਉਹ ਕਹਿੰਦੇ ਨੇ ਹੁੰਦੇ ਮੂੰਹ ਦੇ ਵਿੱਚ ਉਂਗਲੀਆਂ ਲੈ ਕੇ ਕਰਦੇ, ਇੱਥੇ ਨਹੀਂ ਸਿੱਕਾ ਵੱਜਣਾ ਚਾਹੀਦਾ ਸੀ, ਇੱਥੇ ਇਹ ਨਹੀਂ ਹੋਣਾ ਚਾਹੀਦਾ ਸੀਗਾ। ਮਤਲਬ ਕਹਿੰਦੇ ਹੁੰਦੇ ਨਾ, ਰਾਤ ਨੂੰ ਮੈਚ ਚੱਲਦਾ ਹੋਵੇ ਤੇ ਹੁਣ ਵਿਰਾਟ ਕੋਹਲੀ ਵਿਚਾਰਾ ਕਿੰਨੀ ਮਿਹਨਤ ਕਰਦਾ ਹੈ ਨਾ, ਕਹਿੰਦਾ ਕਿ ਮੈਂ ਕਈ ਸਾਲ ਹੋ ਗਏ ਮੈਂ ਕਾਬਸ ਨਹੀਂ ਖਾਧੇ, ਵੀ ਮੈਂ ਲੋ ਕਾਬਸ ਦੇ ਉੱਤੇ ਆ, ਵੀ ਬੜਾ ਕੁਝ ਮੇਨਟੇਨ ਕਰਨਾ ਪੈਂਦਾ ਆ, ਵੀ ਇੰਨੇ ਟਾਈਮ ਉੱਠ ਕੇ ਪ੍ਰੈਕਟਿਸ ਕਰਨੀ ਪੈਂਦੀ ਹੈ, ਕੰਸਨਟਰੇਟ ਰਹਿਣਾ ਪੈਂਦਾ, ਬਥੇਰਾ ਕੁਛ ਹੈ ਨਾ। ਔਖਾ ਹੁੰਦਾ, ਚਾਰ ਪੈਸੇ ਹੋਣ ਤੇ ਆਪਣੇ ਆਪ ਨੂੰ ਡਿਸਿਪਲਿਨ ਰੱਖਣਾ ਵੀ ਬਹੁਤ ਔਖਾ ਹੁੰਦਾ, ਕਿਉਂਕਿ ਤੁਹਾਡੇ ਕੋਲ ਲਗਜ਼ਰੀ ਹੈਗੀ ਆ, ਹੈ ਨਾ। ਤੇ ਉਹ ਹੁਣ ਰਾਤ ਨੂੰ ਮੈਚ ਵੇਖਿਆ ਹੁੰਦਾ ਤੇ ਸਵੇਰੇ ਉੱਠ ਕੇ ਉਹ ਕਹਿੰਦੇ ਉਹ ਵਿਰਾਟ ਕੋਹਲੀ ਨੂੰ ਆਹ ਨਹੀਂ ਸੀ ਕਰਨਾ ਚਾਹੀਦਾ, ਛਿੱਕਾ ਨਹੀਂ ਸੀ ਮਾਰਨਾ ਚਾਹੀਦਾ, ਤੇ ਆਪ ਕਦੀ ਬੈਟ ਵੀ ਨਹੀਂ ਫੜਿਆ ਹੁੰਦਾ। ਸੋ ਹੁਣ ਇਹੀ ਗੱਲ ਆ, ਹੁਣ ਸਰਾਹਾਂ ਦੇਣੀਆਂ ਸਭ ਨੂੰ ਚਾਹੁੰਦੀਆਂ। ਬਿਲਕੁਲ ਸਹੀ ਗੱਲ ਹੈ। ਆਪਾਂ ਨੂੰ ਨਾ, ਮੈਂ ਕੀ ਕਹਿ ਰਿਹਾ ਕਿ ਐਕਸਾਈਟਮੈਂਟ ਬਣੀ ਹੋਈ ਆ, ਅੱਜ ਕੀ ਕੀਤਾ ਗਵਰਨਮੈਂਟ ਨੇ, ਅੱਜ ਕੀ ਕੀਤਾ ਗਵਰਨਮੈਂਟ ਨੇ, ਇਹ ਆਊਟ ਆਫ ਐਕਸਾਈਟਮੈਂਟ ਨਾ ਹਮੇਸ਼ਾ ਰਿਜ਼ਲਟ ਦੀ ਸਾਨੂੰ ਰਹਿੰਦੀ ਹੈ ਕਿ ਇੱਦਾਂ ਕੀ ਹੋ ਗਿਆ, ਇੱਦਾਂ ਕੀ ਹੋ ਗਿਆ। ਹਾਲਾਂਕਿ ਅਸੀਂ ਸਾਰੇ ਜਾਣਦੇ ਕੋਈ ਜਾਦੂ ਤੇ ਹੋਣ ਨਹੀਂ ਲੱਗਾ, ਕਿਉਂਕਿ ਮਾਨ ਸਾਹਿਬ ਆਏ ਨੇ, ਆਪਣੀ ਨਵੀਂ ਟੀਮ ਦੇ ਨਾਲ ਆਏ ਨੇ, ਪਰ ਜਿਹੜੀ ਪੁਰਾਣੀ ਟੀਮ ਬੈਠੀ, ਸਾਰੇ ਬਿਊਰੋਕ੍ਰੇਸੀ, ਪੁਰਾਣੀ ਟੀਮ ਬੈਠੀ ਜਿਹੜੀ ਆਫੀਸਰ ਸਾਹਿਬਾਨ, ਪੁਰਾਣੀ ਟੀਮ ਬੈਠੀ ਜਿਹੜੀ ਸਾਰੇ ਸਿਸਟਮ ਨੂੰ ਉਵੇਂ ਸਮਝਦੇ ਨੇ ਜਿਵੇਂ ਇਹ ਨਵੀਂ ਟੀਮ ਨਹੀਂ ਸਮਝਦੀ, ਉਹ ਅੰਦਰ ਤੱਕ ਸਮਝਦੇ। ਉਹਨਾਂ ਨੂੰ ਨਵੀਆਂ ਐਨਕਾਂ ਵੀ ਚਾਹੀਦੀਆਂ ਨਾ, ਬਿਲਕੁਲ ਉਹ ਨਵੀਆਂ ਐਨਕਾਂ ਸਮੇਂ ਦੇ ਨਾਲ ਹੀ ਬਣ ਗਈਆਂ। ਹੁਣ ਦੇਖੋ ਤੁਸੀਂ ਜਲੰਧਰ ਦੇ ਵਿੱਚ ਕੀ ਹੋਇਆ, ਈਓ ਬਣੇ ਨੇ ਇੱਕ ਮੁਹਤਰਮਾ, ਸਵੇਰੇ ਈਓ ਬਣੇ ਨੇ ਤੇ ਈਓ ਬਣਨ ਤੋਂ ਬਾਅਦ ਕੁਝ ਨੋਟਿਸ ਜਾਰੀ ਕੀਤੇ ਜਿਨ੍ਹਾਂ ਦੇ ਖਿਲਾਫ ਕਰਪਸ਼ਨ ਚਾਰजेस ਨੇ, ਤੇ ਸ਼ਾਮ ਨੂੰ ਟ੍ਰਾਂਸਫਰ ਹੋ ਜਾਂਦੀ ਹੈ, ਸ਼ਾਮ ਨੂੰ ਚਾਰਜ ਵਾਪਸ ਲੈ ਲਿੱਤਾ ਜਾਂਦਾ। ਹੁਣ ਜੇ ਇਦਾਂ ਹੀ ਸਿਸਟਮ ਚੱਲਣਾ, ਜੇ ਇਦਾਂ ਹੀ ਸਾਰਾ ਸਿਆਸੀਕਰਨ ਹੋਣਾ ਹੈ ਕਿ ਜਿਹੜਾ ਬੰਦਾ ਸਟੈਪ ਲਵੇ ਸਿਸਟਮ ਦੇ ਵਿੱਚ ਰਿਸ਼ਵਤ ਖਤਮ ਕਰਨ ਵਾਸਤੇ, ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ, ਸ਼ਾਮ ਨੂੰ ਦੀ ਟ੍ਰਾਂਸਫਰ ਹੋ ਜਾਵੇ, ਤਾਂ ਹੁਣ ਤੁਸੀਂ ਦੇਖੋ ਕੀ ਬਣਨਾ ਹੈ। ਦੇਖੋ ਉਹੀ ਗੱਲ ਨਾ, ਇਹੀ ਗੱਲੋਂ ਅਸੀਂ ਡਰਦੇ ਹਾਂ ਕਿ ਅਸੀਂ ਰੈਡ ਟੇਪਿਜ਼ਮ ਦੇ ਸ਼ਿਕਾਰ ਹੋ ਗਏ ਹਾਂ। ਸਾਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ, ਠੰਡੀ ਟ੍ਰਾਂਸਫਰ ਜਿਹਨੂੰ ਕਹਿੰਦੇ ਆ, ਕਿ ਕੁਝ ਬੋਲਦਾ ਕੋਈ ਤੇ ਉਹਦੀ ਠੰਡੀ ਟ੍ਰਾਂਸਫਰ ਕਰਾ ਦਿਓ ਜਾਂ ਉਹਨੂੰ ਕਿਤੇ ਕਰ ਦਿਓ। ਇਹ ਸਾਰੀਆਂ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ। ਪਰ ਫਿਲਹਾਲ ਮੈਂ ਗੱਲ ਸ਼ੁਰੂਆਤ ਜਿਹੜੇ ਮੋਹਾਲੀ ਕਾਂਡ ਤੋਂ ਹੀ ਕਰੂੰਗਾ। ਆਪਾਂ ਨਿਸ਼ਾਨ ਸਿੰਘ ਦੀ ਗੱਲ ਕੀਤੀ ਸੀਗੀ, ਹੁਣ ਉਹਦੇ ਸਾਲੇ ਨੂੰ ਵੀ ਫੜ ਲਿਆ, 2 ਹੋਰ ਵੀ ਬੰਦੇ ਫੜੇ, 4 ਟੋਟਲ ਫੜ ਲਏ ਆ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਂਦੀ, ਜਿਨ੍ਹਾਂ ਨੂੰ ਇਹ ਹੈ ਕਿ ਬਹੁਤ ਹੈ। ਉਸ ਤੋਂ ਪਹਿਲਾਂ 12 ਲੋਕਾਂ ਨੂੰ ਪੁੱਛਗਿੱਛ ਕੀਤੀ ਗਈ ਹੈ। ਨਾਲ ਹੀ ਨਾਲ ਹੁਣ 2 ਗੱਲਾਂ ਆਉਂਦੀਆਂ। ਅੱਜ ਸੁਖਪਾਲ ਖਹਿਰਾ ਕਹਿੰਦੇ ਨੇ, ਜਿਹੜੇ ਕਿ ਭਲੱਥ ਤੋਂ ਵਿਧਾਇਕ ਨੇ, ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜੀ ਸੱਦ ਕੇ ਜਿਹੜਾ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਇਹ ਮਾਮਲਾ ਜਿਹੜਾ ਆ ਬਹੁਤ ਸੰਜੀਦਾ ਆ ਔਰ ਇਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਪਰ ਕਹਿੰਦੇ ਬਰਗਾੜੀ ਵਾਂਗੂ ਨਾ ਹੋ ਜਾਵੇ, ਕਿ ਬਰਗਾੜੀ ਵਾਂਗੂ ਕੋਈ ਅਫਸਰ ਆਪਣੀ ਨਾਕਾਮੀ ਛੁਪਾਉਣ ਦੇ ਲਈ, ਨਾਕਾਮੀ ਲੁਕਾਉਣ ਦੇ ਲਈ 2 ਸਿੱਖ ਨੌਜਵਾਨਾਂ ਨੂੰ ਕਵੇ ਕਿ ਤੁਸੀਂ ਆਪਦੇ ਸਿਰ ਮਾਰ ਲਓ, ਤੁਹਾਨੂੰ ਪੈਸੇ ਵੀ ਦੇ ਦਾਂਗੇ। ਤੇ ਬੇਰੁਜ਼ਗਾਰੀ ਦੇ ਧੱਕਿਆਂ ਨੇ ਕੀ ਕਰਨਾ, ਜਿਹਨੂੰ 27-28 ਲੱਖ ਰੁਪਈਆ ਮਿਲਦਾ, ਉਹ ਕਹਿੰਦਾ ਚੱਲ ਯਾਰ 4 ਦਿਨ ਜੇਲ੍ਹ 'ਚ ਮਿਲ ਜਾਵਾਂਗੇ, ਫਿਰ ਉਹਨੂੰ ਕਹਿੰਦੇ ਤੇਰੀ ਜ਼ਮਾਨਤ ਵੀ ਕਰਾ ਦਾਂਗੇ, ਲਾਲਚ ਦੇ ਦਿੰਦੇ ਆ। ਹੁਣ ਇੱਦਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਨਾ ਹੋਵੇ, ਕਿਉਂਕਿ ਕਿਸੇ ਮਾਂ ਦਾ ਪੁੱਤ ਨਜਾਇਜ਼ ਨਾ ਫਸੇ, ਕੋਈ ਪੰਜਾਬ ਦਾ ਪੁੱਤ ਨਜਾਇਜ਼ ਨਾ ਫਸੇ। ਕਿਵੇਂ ਬਰਗਾੜੀ ਹੋਇਆ, ਇਹ ਮੈਨੂੰ ਅੱਜ ਉਹਨਾਂ ਦੀ ਇੱਕ ਸਟੇਟਮੈਂਟ, ਚਲੋ ਉਹਨਾਂ ਨੇ ਸ਼ਾਇਦ ਪੋਲੀਟੀਕਲੀ ਸਟੇਟਮੈਂਟ ਦਿੱਤੀ ਹੋਵੇ, ਪਰ ਮੈਨੂੰ ਇਹ 'ਤੇ ਵਾਕਈ ਕੰਸਰਨ ਹੋਇਆ ਕਿ ਕੋਈ ਮਾਂ ਦਾ ਪੁੱਤ ਨਜਾਇਜ਼ ਨਹੀਂ ਫਸਣਾ ਚਾਹੀਦਾ। ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਸਾਰੀਆਂ ਪੁੱਛ ਪੜਤਾਲਾਂ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਹਾਲਾਂਕਿ ਨਿਸ਼ਾਨ ਭੁੱਲਰ ਦੇ ਖਿਲਾਫ ਬੜੇ ਸਾਰੇ, ਜਿਹੜੇ ਨਿਸ਼ਾਨ ਭੁੱਲਰ ਮਾਫ ਕਰਨੇ, ਨਿਸ਼ਾਨ ਸਿੰਘ ਜਿਹੜਾ ਉਹਦੇ ਖਿਲਾਫ ਬੜੇ ਸਾਰੇ ਸਬੂਤ ਮਿਲ ਰਹੇ ਨੇ, ਔਰ ਉਹਦੇ 'ਤੇ 11 ਮਾਮਲੇ ਜਿਹੜੇ ਨੇ ਉਹ ਪਹਿਲਾਂ ਹੀ ਚੱਲਦੇ ਨੇ। ਕੋਈ ਅਸਲਾ ਐਕਟ ਹੈ, ਕੋਈ ਫੋਰੈਸਟ ਐਕਟ ਹੈ, ਕੋਈ ਫਲਾਨਾ ਐਕਟ ਹੈ। ਉਹਦੇ ਤਾਰਾਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਨਾਲ ਵੀ ਮਿਲਦੀਆਂ। ਫਿਰ ਕੋਈ ਕਹਿੰਦੇ ਜੀ ਉਹਨੇ ਜਿਹੜਾ RPG ਹੈ ਉਹਨੇ ਪਹੁੰਚਾਇਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੜਾਅ ਵੇਖਣ ਦੀ ਲੋੜ ਹੈ। ਪਰ ਜਦੋਂ ਅਸੀਂ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹਾਂ ਨਾ, ਤੇ ਉਹ ਕਹਿੰਦੇ ਹੁੰਦਾ ਨਾ ਕਿ ਸਾਡੇ ਵਰਗਿਆਂ ਨੂੰ ਤਾਂ ਉਹ ਦੌਰ ਵੀ ਨਹੀਂ ਭੁੱਲਣੇ ਜਿਹੜੇ ਖੜਕਿਆਂ ਦੇ ਦੌਰ ਸੀ, ਜਦੋਂ ਕੋਈ ਕਹਿੰਦਾ ਸੀ ਵੀ ਮੈਂ ਚੱਜ ਦਾ ਕੰਮ ਕਰਨਾ, ਤੇ ਉਹਨੂੰ ਕਹਿੰਦੇ ਤੂੰ ਚੱਜ ਦਾ ਕਿਵੇਂ ਕਰ ਲੂੰਗਾ, ਤੇਰੇ 'ਤੇ ਮੈਂ ਆਹ ਪਾ ਦੂੰ, ਤੇਰੇ 'ਤੇ ਉਹ ਪਾ ਦੂੰਗਾ। ਤੇ ਉਹ ਵਿਚਾਰੇ ਨਿਆਣੇ ਜੇਲ੍ਹਾਂ ਦੇ ਵਿੱਚ ਹੀ, ਅਸੀਂ ਦੇਖਿਆ ਮਾਵਾਂ ਦੇ ਪੁੱਤ ਮਰ ਗਏ, ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ। ਹਮੇਸ਼ਾ ਨਾਜਾਇਜ਼ ਤੇ ਹੁੰਦਾ ਹੀ ਰਿਹਾ। ਡਾਡੇ ਦਾ 37-20 ਤੁਸੀਂ ਉਹ ਬੋਲਦੇ ਹੁੰਦੇ ਹੋ, ਮੈਂ ਸੁਣਦਾ ਹੁੰਦਾ। ਸੋ ਉਹੀ ਤਾਂ ਹਮੇਸ਼ਾ ਚੱਲਦਾ, ਨਾਜਾਇਜ਼ ਹਮੇਸ਼ਾ ਪੈਂਦੀ ਰਹੀ ਹੈ। ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਪਿੱਛੇ ਜਾਵਾਂਗੇ ਅਸੀਂ, 10 ਸਾਲ 20 ਸਾਲ 25 ਸਾਲ, ਜਿਹੜੇ ਨਾਜਾਇਜ਼ ਕੇਸ ਨੇ ਉਹਦੀ ਤਹਿਕੀਕਾਤ ਕਰਾਂਗੇ। ਕਿੱਥੋਂ ਤੱਕ ਜਾਓਗੇ?
ਕਿਤੇ ਮੈਨੂੰ ਲੱਗਦਾ ਸੰਜੀਵ ਜੀ ਉਹੀ ਤੁਸੀਂ ਕਹਿੰਦੇ ਹੁੰਦੇ ਹੋ ਕਿ ਨਹੀਂ ਪੋਸੀਬਲ ਹੋ ਸਕਦਾ। ਪੋਸੀਬਲ ਇਸ ਕਰਕੇ ਨਹੀਂ ਆ ਕਿਉਂਕਿ ਜਿਨ੍ਹਾਂ ਨੇ ਇਹ ਸਭ ਕੀਤਾ ਉਹਨਾਂ ਨੇ ਜਿਹੜੇ ਡਾਕੂਮੈਂਟੇਸ਼ਨ ਕੀਤੀ ਹੋਏਗੀ, ਪੇਪਰ ਤਿਆਰ ਕੀਤੇ ਹੋਣਗੇ, ਪੱਕੇ ਪੈਰੀ ਹੋ ਕੇ ਕੀਤੇ ਹੋਣਗੇ, ਐਵੇਂ ਤਾਂ ਨਹੀਂ ਫਸਾਇਆ ਹੋਣਾ। ਕਿਉਂਕਿ ਉਸ ਵਕਤ ਵੀ ਸਵਾਲ ਜ਼ਰੂਰ ਉੱਠੇ ਹੋਣਗੇ ਜਦੋਂ ਵੀ ਇਹ ਨਜਾਇਜ਼ ਕੇਸ ਪਏ ਨੇ, ਕੋਰਟ ਨੇ ਸਵਾਲ ਚੁੱਕੇ ਹੋਣਗੇ, ਇਮਾਨਦਾਰ ਲੋਕ ਬੈਠੇ ਨੇ ਉਹਨਾਂ ਨੇ ਸਵਾਲ ਚੁੱਕੇ ਹੋਣਗੇ, ਪਰ ਨਹੀਂ ਚੱਲੀ। ਕਿਉਂ? ਸਬੂਤ ਨਹੀਂ, ਗਵਾਹ ਨਹੀਂ। ਅੱਜ ਤੁਸੀਂ 10 ਸਾਲ ਪੁਰਾਣੇ, 20 ਸਾਲ ਪੁਰਾਣੇ ਜਾਂ 25 ਸਾਲ ਪੁਰਾਣੇ ਕਿੱਥੋਂ ਲੈ ਕੇ ਆਓਗੇ? ਕਈ ਆਫੀਸਰਸ ਤੇ ਰਿਟਾਇਰ ਹੋ ਗਏ, ਹੋ ਸਕਦਾ ਹੈ ਕਿਸੇ ਫੋਰਨ ਕੰਟਰੀ ਦੇ ਵਿੱਚ ਸੈਟਲ ਹੋ ਗਏ ਹੋਣ ਆਪਣੇ ਬੱਚਿਆਂ ਦੇ ਕੋਲ। ਨੋਬਡੀ ਨੋਜ਼ ਕਿੰਨੀ ਤੱਕ ਤੁਸੀਂ ਜਾ ਸਕਦੇ ਹੋ। ਚਲੋ ਖੈਰ, ਅੱਛੀ ਸੋਚ ਹੈ। ਗੱਲ ਇਹ ਆ ਕਿ ਜਿੱਥੇ ਨਜਾਇਜ਼ ਕੇਸ ਨੇ, ਜਿੱਥੇ ਨਾਇਨਸਾਫੀ ਆ, ਉੱਥੇ ਫੈਡਰਲ ਸਟਰਕਚਰ ਟੁੱਟ ਜਾਂਦਾ, ਡੈਮੋਕ੍ਰੇਸੀ ਖਤਮ ਹੋ ਜਾਂਦੀ ਹੈ। ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਹਿਊਮਨ ਰਾਈਟਸ ਦੇ ਲਈ ਤੁਹਾਨੂੰ ਖੜਨਾ ਚਾਹੀਦਾ ਹੈ, ਗੱਲ ਜ਼ਰੂਰੀ ਆ। ਔਰ ਇਹ ਹਮੇਸ਼ਾ ਕਿਹਾ ਜਾਂਦਾ ਕਿ ਜਦੋਂ ਸਾਰੀਆਂ ਪਾਲਿਸੀਆਂ, ਸਾਰੇ ਨਿਯਮ ਹਿਊਮਨ ਰਾਈਟਸ ਦੇ ਆਧਾਰ ਦੇ ਉੱਤੇ ਬਣਾਏ ਜਾਣ ਤਾਂ ਕਿਤੇ ਕੋਈ ਨਜਾਇਜ਼ ਚੀਜ਼ ਨਹੀਂ ਹੋਏਗੀ, ਹਮੇਸ਼ਾ ਇਨਸਾਫ ਮਿਲੇਗਾ। ਪਰ ਉਸੇ ਚੀਜ਼ ਨੂੰ ਅੱਜ ਤੋਂ ਨਹੀਂ, ਹਜ਼ਾਰਾਂ ਸਾਲ ਪਿੱਛੇ ਚਲੇ ਜਾਓ, ਹਿਊਮਨ ਰਾਈਟਸ ਦੀ ਕਦੋਂ ਪਰਵਾਹ ਕੀਤੀ ਹੈ? ਜਿਹੜੇ ਸਿਆਸਤਦਾਨ ਵੱਡੇ ਵੱਡੇ ਬੈਠੇ ਨੇ, ਪਾਵਰ ਦੇ ਵਿੱਚ ਬੈਠੇ ਨੇ, ਉਹਨਾਂ ਨੇ ਆਪਣੇ ਫਾਇਦੇ ਲਈ, ਆਪਣੇ ਮੰਤਵ ਲਈ ਇਸਤੇਮਾਲ ਕੀਤਾ, ਲੋਕਾਂ ਨੂੰ ਇਸਤੇਮਾਲ ਕੀਤਾ। ਵਾਕਈ। ਅੱਛਾ, ਫਿਰ ਜਦੋਂ ਅਸੀਂ ਗੱਲਾਂ ਕਰਦੇ ਨਾ ਸੰਜੀਵ ਜੀ, ਬੜੀ ਕੰਪੈਰੀਜ਼ਨ ਨਿਕਲ ਆਉਂਦਾ। ਮੇਰੇ ਚਾਚੇ ਦਾ ਮੁੰਡਾ ਆ, ਉਹ ਕੈਨੇਡਾ ਦੇ ਵਿੱਚ ਹੈ, ਤੇ ਮੈਂ ਉਹਨੂੰ ਪੁੱਛਣ ਡਿਆ ਸੀ, ਮੈਂ ਕਿਹਾ ਵੀ ਐਂ ਕਿਵੇਂ ਹੋ ਜਾਂਦਾ? ਕਹਿੰਦਾ ਕਿੰਨਾ ਖਤਰਨਾਕ ਤੋਂ ਖਤਰਨਾਕ ਤੁਸੀਂ ਮੁਲਜ਼ਮ ਜਿਹੜਾ ਉਹਨੂੰ ਕਾਬੂ ਕਰਨ ਚੱਲੇ ਗਏ ਆ, ਪਬਲਿਕ ਦੇ ਵਿੱਚ ਤੁਸੀਂ ਕਾਬੂ ਕੀਤਾ ਆ, ਪਰ ਕਹਿੰਦਾ ਕਿ ਮੇਕ ਸ਼ੋਰ ਹੋ ਜਾਂਦਾ ਕਿ ਉੱਥੇ ਉਹਦਾ ਹਿਊਮਨ ਰਾਈਟ ਵਾਇਓਲੇਸ਼ਨ ਨਾ ਹੋ ਜਾਵੇ। ਕਿਉਂਕਿ ਤੁਸੀਂ ਉੱਥੇ ਅਰੈਸਟ ਕਰ ਰਹੇ ਹੋ, ਹਲੇ ਉਹ ਮਾਮਲਾ ਕੋਰਟ 'ਚ ਜਾਣਾ, ਫਿਰ ਉਸ ਤੋਂ ਬਾਅਦ ਪਤਾ ਲੱਗਣਾ ਕਿ ਉਹ ਗਿਲਟੀ ਹੈ ਕਿ ਨਹੀਂ ਗਿਲਟੀ। ਔਰ ਤੁਸੀਂ ਉਹ ਕਈ ਵਾਰੀ ਸਾਹਮਣੇ ਪ੍ਰਤੱਖ ਵੀ ਹੁੰਦਾ ਕਿ ਬੰਦਾ ਗਿਲਟੀ ਹੈ। ਕਹਿੰਦੇ ਕਿ ਉਸ ਸਮੇਂ ਵੀ ਅਰੈਸਟ ਕਰਨ ਲੱਗੇ ਸਾਰੀਆਂ ਚੀਜ਼ਾਂ ਦਾ ਧਿਆਨ ਦੇਖਣਾ ਪੈਂਦਾ ਕਿ ਇਹਦਾ ਹਿਊਮਨ ਰਾਈਟ ਖੁੱਸ ਨਾ ਜਾਵੇ। ਕਈ ਵਾਰੀ ਤਾਂ ਕਹਿੰਦੇ ਐਡਾ ਘਿਨਾਉਣਾ ਅਪਰਾਧ ਹੋਇਆ ਹੁੰਦਾ ਤੇ ਹਿਊਮਨ ਰਾਈਟ ਖੁੱਸ ਗਿਆ ਤਾਂ ਮਤਲਬ ਉਹਨੂੰ ਕਹਿੰਦੇ ਚੱਲ ਤੈਨੂੰ ਕੰਪਨਸੇਟ ਦੇ ਲਈ ਅਸੀਂ ਹੁਣੇ ਜ਼ਮਾਨਤ ਦੇ ਦਿੰਦੇ ਹਾਂ। ਇੱਥੇ ਤਾਂ ਕਿਤੇ ਨੂੰ ਹਿਊਮਨ ਰਾਈਟ ਦੀ ਚਿੰਤਾ ਹੈਗੀ ਆ। ਸਾਡੇ ਸਿੱਖ ਜਿਹੜੇ ਕਈ ਆਪਣੇ ਜਿਹੜੇ ਸਿੱਖ ਬੰਦੀ ਆ, ਉਹਨਾਂ ਦੇ ਲਈ ਅਸੀਂ ਲਗਾਤਾਰ ਕਹਿੰਦੇ ਆ ਵੀ ਭਾਈ ਇਹ ਤਾਂ ਹੁਣ ਸਾਲਾਂ ਬੱਧੀ ਕੈਦ ਵੀ ਭੋਗ ਚੁੱਕੇ ਆ, ਇਹਨਾਂ ਦੀਆਂ ਤਾਂ ਕੈਦਾਂ ਪੂਰੀਆਂ ਹੋਈਆਂ ਨੂੰ ਵੀ ਕਿੰਨਾ ਟਾਈਮ ਹੋ ਗਿਆ, ਹੁਣ ਤੇ ਇਹਨਾਂ ਨੂੰ ਰਿहा ਕਰ ਦਿਓ। ਕੋਈ ਹੈ ਫਰਕ ਉਹਨਾਂ ਦੇ ਹਿਊਮਨ ਰਾਈਟ ਵਾਇਓਲੇਸ਼ਨ ਦਾ? 2 ਸਾਲ ਜੰਮੂ ਕਸ਼ਮੀਰ ਇਹਨਾਂ ਨੇ ਜਦੋਂ ਐਬਰੋਗੇਸ਼ਨ ਹੋਈ 370 ਦੀ ਬੰਦ ਹੈ ਨਾ, ਤੇ ਉਦੋਂ 2 ਸਾਲ ਉੱਥੇ ਇੰਟਰਨੈਟ ਬੰਦ ਰੱਖਿਆ, ਲੋਕ ਟੂ ਐਂਡ ਫਰੋ ਨਹੀਂ ਕਰ ਸਕਦੇ ਸੀਗੇ। ਹੈ ਕੋਈ ਪਰਵਾਹ ਕਿਸੇ ਦੀ ਹਿਊਮਨ ਰਾਈਟ ਦੀ? ਤੁਸੀਂ ਇੱਕ ਗੱਲ ਦੇਖੋ, ਆਪਾਂ ਸ਼ੋਅ ਤੋਂ ਬਾਅਦ ਸੜਕ ਤੇ ਜਾਂਦੇ ਆ, ਆਪਣੀ ਗੱਡੀ ਲੈ ਕੇ ਸੜਕ ਤੇ ਜਾਂਦੇ ਆ, ਪੁਲਿਸ ਵਾਲੇ ਰਾਹ 'ਚ ਖੜੇ ਨੇ, ਕਿਸੇ ਨੂੰ ਵੀ ਉਹ ਰੋਕਦੇ ਨੇ, 4 ਥੱਪੜ ਜੜ ਦਿੰਦੇ ਨੇ ਸੜਕ ਦੇ ਉੱਤੇ, ਪਬਲਿਕ ਦੇ ਸਾਹਮਣੇ 4 ਥੱਪੜ ਜੜ ਦਿੰਦੇ ਨੇ, ਔਰ ਇਹ ਜੜਦੇ ਨੇ, ਅਸੀਂ ਦੇਖਦੇ ਹਾਂ। ਕਿਹੜਾ ਹਿਊਮਨ ਰਾਈਟ ਹੈ? ਉਹੀ ਗੱਲ ਕਹਿ ਰਹੇ ਕਿ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਹਿਊਮਨ ਰਾਈਟਸ ਦਾ। ਮੇਰਾ ਖਿਆਲ ਉਹ ਸਾਨੂੰ ਟ੍ਰੇਨਿੰਗ ਦਾ ਹਿੱਸਾ ਹੀ ਨਹੀਂ ਹੈ ਕਿ ਕੋਈ ਹਿਊਮਨ ਰਾਈਟ ਵੀ ਹੁੰਦਾ। ਵਰਦੀ ਪਾਉਣ ਦਾ ਮਤਲਬ ਇਹ ਚਪੇੜਾਂ ਛੱਡ ਦਿਓ, ਵਰਦੀ ਪਾਉਣ ਦਾ ਮਤਲਬ ਇਹ ਹੈ ਕਿ ਜੋ ਮੂੰਹ 'ਚ ਆਵੇ ਅਵਾ ਤਵਾ ਬੋਲ ਦਿਓ, ਪਾਵਰ ਦੇ ਨਾਲ ਗਾਲਾਂ ਕੱਢਣੀਆਂ ਨੇ ਗਾਲਾਂ ਕੱਢ ਦਿਓ। ਹੁਣ ਬਾਅਦ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ 80s ਦਾ ਪੀਰੀਅਡ ਰਿਹਾ ਹੈ, ਜਦੋਂ ਖਾੜਕੂ ਵੱਧ ਰਿਹਾ ਪੰਜਾਬ ਦੇ ਅੰਦਰ, ਤਾਂ ਜਿਹੜੇ ਵਰਦੀਧਾਰੀਆਂ ਨੇ, ਪੁਲਿਸ ਵਾਲਿਆਂ ਨੇ ਨਜਾਇਜ਼ ਕੀਤੀ, ਉਹਨਾਂ ਵਿੱਚੋਂ ਕਈ ਸਸਪੈਂਡ ਵੀ ਹੋਏ, ਕਈਆਂ ਦੇ ਉੱਤੇ ਕੇਸ ਵੀ ਚੱਲਦੇ ਪਏ ਨੇ, ਕਈ ਖੁਦਕੁਸ਼ੀਆਂ ਤੱਕ ਵੀ ਪਹੁੰਚੇ ਕੇਸ, ਜਿਨ੍ਹਾਂ ਵਿੱਚੋਂ ਕਈਆਂ ਨੇ ਖੁਦਕੁਸ਼ੀਆਂ ਵੀ ਕੀਤੀਆਂ। ਐਸੇ ਵੀ ਉਦਾਹਰਣ ਮਿਲਦੇ ਨੇ ਜੋ ਪੁਰਾਣੇ ਸਾਨੂੰ ਸਿਆਣੇ ਦੱਸਦੇ ਨੇ ਕਿ ਇਹ ਵੀ ਗੱਲਾਂ ਹੋ ਚੁੱਕੀਆਂ ਨੇ। ਸੋ ਜਦੋਂ ਤੁਸੀਂ ਨਿਯਮ ਨੂੰ ਹੱਥ 'ਚ ਲਾਓਗੇ, ਭਾਵੇਂ ਤੁਸੀਂ ਵਰਦੀਧਾਰੀ ਹੋ, ਪਰ ਉਹ ਨਿਯਮ ਤਾਂ ਨਿਯਮ ਹੈ ਨਾ। ਇਹ ਥੋੜਾ ਕਿ ਤੁਸੀਂ ਜੇ ਵਰਦੀ ਪਾਲੀ ਦੇ ਤੁਸੀਂ ਕਿਸੇ ਵੀ ਨਿਯਮ ਨੂੰ ਛਿੱਕੇ ਟੰਗ ਦਿਓਗੇ, ਕਿਸੇ ਵੀ ਨਿਯਮ ਨੂੰ ਤਾਕ ਤੇ ਰੱਖ ਕੇ ਜੋ ਮਰਜ਼ੀ ਕਰੋਗੇ, ਇੱਦਾਂ ਤਾਂ ਹੋ ਨਹੀਂ ਸਕਦਾ। ਬਾਅਦ ਵਿੱਚ ਕੁਦਰਤ ਵੀ ਤਾਂ ਬੈਠੀ ਹੈ ਨਾ, ਫਿਰ ਉਹ ਕੀ ਇੱਦਾਂ ਦੇ ਹਾਲਾਤ ਬਣਦੇ ਨੇ? ਕਿਉਂ ਕਰਦੇ ਹੋ ਇੱਦਾਂ ਦਾ? ਸੋ ਹਿਊਮਨ ਰਾਈਟਸ ਜਿਹੜੇ ਨੇ ਉਹ ਤਾਂ ਬੇਸਿਕ ਹੈ ਸਾਡੀ। ਜੇ ਅਸੀਂ ਜਿੱਦਾਂ ਅਸੀਂ ਹਮੇਸ਼ਾ ਬਾਬਾ ਜੀ ਦੀ ਗੱਲ ਕਰਦੇ ਆ, ਬਾਣੀ ਦੀ ਗੱਲ ਕਰਦੇ ਆ, ਗੁਰੂ ਨਾਨਕ ਪਿਤਾ ਦੀ ਗੱਲ ਕਰਦੇ ਆ, ਸਾਰੇ ਦੀਆਂ ਸਾਰੀਆਂ ਗੱਲਾਂ ਹਿਊਮਨ ਰਾਈਟਸ ਦੇ ਉੱਤੇ ਬੇਸਿਸ ਨੇ। ਕਿ ਜਦੋਂ ਤੁਸੀਂ ਇਨਸਾਨ ਹੋ ਕੇ ਦੂਜੇ ਇਨਸਾਨ ਦੀ ਕਦਰ ਨਹੀਂ ਕਰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਹਿਊਮਨ ਰਾਈਟਸ ਦੀ ਗੱਲ ਹੀ ਛੁਪੀ ਹੋਈ ਦੇਖੋ ਤਾਂ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ ਕਿ ਸਾਰੇ ਬਰਾਬਰ ਨੇ। ਕਿਸ ਨੂੰ ਤੁਸੀਂ ਵੱਡਾ ਛੋਟਾ ਕਰਕੇ ਤੁਸੀਂ ਕਿਹਦੇ ਨਾਲ ਤੁਸੀਂ ਜ਼ਿਆਦਤੀ ਕਰ ਸਕਦੇ ਹੋ? ਤਾਂ ਹਮੇਸ਼ਾ ਹਿਊਮਨ ਰਾਈਟਸ ਹੀ ਸਿਖਾਏ ਜਾਂਦੇ ਨੇ, ਮਨੁੱਖੀ ਅਧਿਕਾਰ, ਬਲਕਿ ਹਰ ਜੀਵ ਜੰਤੂ ਦੇ ਅਧਿਕਾਰ ਨੇ। ਇੱਥੋਂ ਤੱਕ ਕਿਹਾ ਜਾਂਦਾ ਕਿ ਇਸ ਧਰਤੀ ਦੇ ਉੱਤੇ ਰਹਿਣ ਵਾਲਾ ਹਰ ਜੀਵ ਬਰਾਬਰ ਹੈ। ਇਹ ਨਹੀਂ ਕਿ ਇਨਸਾਨ ਦੂਜਿਆਂ ਦੇ ਉੱਤੇ ਹਕੂਮਤ ਕਰੇ, ਇਨਸਾਨ ਦੂਜੇ ਜੀਵਾਂ ਦੇ ਉੱਤੇ ਹਕੂਮਤ ਕਰੇ, ਇਹ ਵੀ ਮਨਾ ਕੀਤਾ ਗਿਆ। ਇਹ ਨਹੀਂ ਕਿ ਤੁਸੀਂ ਜੰਗਲ ਕੱਟੀ ਜਾਓ, ਕਿ ਤੁਸੀਂ ਕੱਟ ਸਕਦੇ ਹੋ ਤੇ ਜੰਗਲ ਹੀ ਕੱਟੀ ਜਾਓਗੇ। ਦੇਖੋ ਫਿਰ ਨੇਚਰ ਦੇ ਨਾਲ ਛੇੜਖਾਨੀ ਕਰਨ ਦਾ ਅੱਜ ਕੀ ਗਲੋਬਲ ਵਾਰਮਿੰਗ ਹੋ ਰਹੀ ਹੈ। ਕੁਦਰਤ ਇੱਕ ਚੀਜ਼ ਹੈਗੀ ਆ, ਸਾਨੂੰ ਹਮੇਸ਼ਾ ਇਸ ਚੀਜ਼ ਦੀ ਹੀ ਨਸੀਹਤ ਮਿਲਦੀ। ਸਾਡੀਆਂ ਮਾਵਾਂ ਸਾਨੂੰ ਕੀ ਸਿਖਾਉਂਦੀਆਂ ਨੇ ਸੰਸਕਾਰਾਂ ਦੇ ਵਿੱਚ, ਜਿਹੜੀਆਂ ਬਾਬਾ ਜੀ ਦੀਆਂ ਸਾਖੀਆਂ ਅਸੀਂ ਸੁਣਦੇ ਹਾਂ ਨਿੱਕੇ ਹੁੰਦਿਆਂ ਨੂੰ, ਇਹਦੇ ਵਾਸਤੇ ਕਿ ਵੱਡੇ ਹੋ ਕੇ ਤੁਹਾਡੀਆਂ ਗੱਲਾਂ ਬਹੁਤ ਦਰੁਸਤ ਆ। ਵੱਡੇ ਹੋ ਕੇ ਜਦੋਂ ਅਸੀਂ ਵੱਡੇ ਵੱਡੇ ਅਹੁਦਿਆਂ ਤੇ ਬੈਠਣਾ, IAS ਬਣਨਾ, IPS ਬਣਨਾ, IFS ਬਣਨਾ,
ਠੀਕ ਹੈ, ਅਲਾਈਡ ਸਰਵਿਸਿਜ਼ ਜੁਆਇਨ ਕਰਨੀਆਂ, ਉਸ ਤੋਂ ਬਾਅਦ ਜੁਡੀਸ਼ਰੀ 'ਚ ਆਉਣਾ, ਜੱਜ ਬਣਨਾ, ਐਸਡੀਐਮ ਬਣਨਾ, ਜੋ ਵੀ ਐਡਮਿਨਿਸਟ੍ਰੇਸ਼ਨ ਕਰਨੀ ਹੈ। ਅਸੀਂ ਈਵਨ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬਣਨਾ, ਚੀਫ ਮਿਨਿਸਟਰ ਕਿਉਂ ਨਹੀਂ ਬਣਨਾ। ਉਹ ਜਿਹੜੀ ਮਾਂ ਨੇ ਸਾਖੀ ਸੁਣਾਈ ਹੈ ਨਾ ਗੁਰੂ ਨਾਨਕ ਪਿਤਾ ਦੀ ਬਚਪਨ ਤੋਂ, ਉਹ ਇਹ ਸੰਸਕਾਰ ਦੇਣ ਵਾਸਤੇ ਸਿਖਾਈ ਹੈ ਕਿ ਜਦੋਂ ਤੂੰ ਪਾਵਰਫੁਲ ਕੁਰਸੀ ਤੇ ਬੈਠੇਗਾ ਨਾ ਤਾਂ ਬੰਦੇ ਨੂੰ ਬੰਦਾ ਸਮਝੇ। ਕਹਿੰਦੇ ਪਛਾਣ ਹੀ ਉਦੋਂ ਹੁੰਦੀ ਆ ਜਦੋਂ ਕਹਿੰਦੇ ਪਾਵਰ ਹੋਵੇ ਹੱਥ 'ਚ ਨਾ, ਕਮਜ਼ੋਰ ਤੇ ਹਰ ਰਜੋਈਆਂ ਹੀ ਕਰਦਾ ਰਹਿੰਦਾ। ਅੱਛਾ ਚਲੋ ਹੁਣ ਕਮਜ਼ੋਰੀ ਤੋਂ ਯਾਦ ਆਇਆ ਤਾਂ ਇੱਕ ਹੈ ਨਾ, ਮੈਂ ਇੱਕ ਐਡ ਕਰਨਾ ਚਾਹੂੰਗਾ, ਜੇ ਇੰਨੀ ਮਿਹਨਤ ਕਰਕੇ ਤੁਸੀਂ ਵੱਡੀ ਕੁਰਸੀ ਤੇ ਬਹਿੰਦੇ ਹੋ ਔਰ ਉੱਥੇ ਬਹਿ ਕੇ ਜੇ ਤੁਸੀਂ ਪਾਵਰ ਦਾ ਇਸਤੇਮਾਲ ਨਾ ਕੀਤਾ, 4 ਬੰਦੇ ਨਾ ਖੜਕਾਏ, ਤਾਂ ਫਿਰ ਫਾਇਦਾ ਕੀ ਹੋਇਆ ਐਡੀ ਵੱਡੀ ਕੁਰਸੀ ਤੇ ਬੈਠਣ ਦਾ, ਪਾਵਰਫੁਲ ਹੋਣ ਦਾ? ਫਾਇਦਾ ਕੀ ਹੋਇਆ ਕਿ ਤੁਸੀਂ ਕਾਨੂੰਨ ਨੂੰ ਤੋੜ ਮਰੋੜ ਕੇ ਆਪਣੇ ਲਈ ਇਸਤੇਮਾਲ ਨਾ ਕਰੋ? ਮਜ਼ਾ ਨਹੀਂ ਨਾ ਆਉਂਦਾ। ਉਹ ਸਵਾਦ ਲੈਣ ਲਈ ਤਾਂ ਫਿਰ ਕਰਨਾ ਪੈਂਦਾ ਨਾ। ਜਿਹੜੇ 4-5 ਆਲੇ ਦੁਆਲੇ ਹੁੰਦੇ ਨੇ ਦਾएं ਬਾएं ਯੈਸ ਸਰ ਵਾਲੇ, ਸਰ ਜੀ ਸਵਾਦ ਨਹੀਂ ਆਇਆ, ਰੋਬ ਬਣਾ ਕੇ ਰੱਖਣਾ, ਤੁਸੀਂ ਜ਼ਰਾ ਰੋਬ ਬਣਾ ਕੇ ਰੱਖੋ, ਖਿੱਚ ਕੇ ਰੱਖੋ ਬੰਦੇ। ਅੱਛਾ ਹਾਂ, ਇਹ ਉਹ ਹੋ ਗਏ ਨੇ ਜਿਹੜੇ ਚਮਚੇ ਕੜਛੀ ਆਲੇ ਦੁਆਲੇ ਹੋ ਗਏ ਨੇ ਨਾ, ਉਹ ਵਿਗਾੜਦੇ ਨੇ ਸਾਰੇ ਕੰਮ, ਕਿਉਂਕਿ ਉਹਨਾਂ ਨੇ ਆਪ ਵੀ ਤਾਂ ਪੈਸੇ ਖੱਟਣੇ ਹੁੰਦੇ ਨੇ ਨਾ। ਕਰਨਾ ਕੱਖ ਨਹੀਂ ਹੁੰਦਾ, ਤੁਹਾਡਾ ਇਹ ਕੰਮ ਕਰਵਾ ਦਿਆਂਗੇ, ਤੁਹਾਡਾ ਇਹ ਕੰਮ ਕਰਵਾ ਦਿਆਂਗੇ, ਅਸੀਂ ਕਹਿ ਦਿਆਂਗੇ ਸਾਹਿਬ ਨੂੰ ਲਿਆਓ ਜੀ, ਆਪਣੀ ਜੇਬਾਂ 'ਚ ਪਾ ਲੇ। ਇਹ ਜਿਹੜੇ ਚਿੱਟੇ ਕੱਪੜੇ ਵਾਲੇ ਤੁਰੇ ਫਿਰਦੇ ਨੇ, ਚਿੱਟ ਕੱਪੜੀ ਆਲੇ ਦੁਆਲੇ ਮਿਨਿਸਟਰਸ ਦੇ ਜਾਂ ਵੱਡੇ ਵੱਡੇ ਪਾਵਰਫੁਲ ਲੋਕਾਂ ਦੇ, ਇਹ ਸਭ ਤੋਂ ਖਤਰਨਾਕ ਕਲਾਸ ਆ। ਇਹ ਪਤਾ ਨਹੀਂ ਕਿਹੜੀ ਜਨਰੇਸ਼ਨ ਹੈਗੀ ਜਿਨ੍ਹਾਂ ਨੇ ਕੱਖ ਕਰਨਾ ਨਹੀਂ ਹੁੰਦਾ। ਇਹ ਜਿਹੜੇ ਵਿਚੋਲੀਏ ਟਾਈਪ ਦੇ ਹੁੰਦੇ ਨੇ, ਦਲਾਲ ਕਿਸਮ ਦੇ, ਕੱਖ ਨਹੀਂ ਕਰਨਾ ਹੁੰਦਾ। ਹਮੇਸ਼ਾ ਪਬਲਿਕ ਦੇ ਜੇਬਾਂ 'ਚੋਂ ਪੈਸੇ ਖਿੱਚਣੇ ਹੁੰਦੇ ਨੇ ਤੇ ਆਪਣੀਆਂ ਜੇਬਾਂ 'ਚ ਪਾਣੇ ਹੁੰਦੇ ਨੇ, ਔਰ ਸਾਰਾ ਸਿਸਟਮ ਇਹਨਾਂ ਨੇ ਬਦਨਾਮ ਕੀਤਾ ਹੋਇਆ। ਲਓ ਅੱਛਾ, ਮੈਂ ਸੋਚਦਾ ਸੀਗਾ ਵੀ ਚਲੋ ਅੱਜ ਨਾ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਈ ਹੈ ਸੀਐਮ ਬਿਲਕੁਲ ਹੋਈ ਆ, ਔਰ ਐਸਆਈਟੀ ਜਿਹੜੇ ਚੀਫ ਸੀਗੇ ਉਹ ਵੀ ਆਏ ਨੇ, ਵੱਖਰੇ ਵੱਖਰੇ ਐਸਆਈਟੀਜ਼ ਦੇ ਡੀਐਸਪੀ ਪਹੁੰਚੇ ਨੇ, ਐਸਐਸਪੀ ਪਹੁੰਚੇ ਨੇ। ਨਸ਼ੇ ਦੇ ਉੱਤੇ ਸ਼ਿਕੰਜਾ ਕਹਿੰਦੇ ਕੱਸਣਾ। ਬਿਲਕੁਲ ਜੀ। ਪਿਛਲੇ ਦਿਨ ਇੱਕ ਆਡੀਓ ਤੁਸੀਂ ਦੇਖਿਆ ਹੋਣਾ, ਵਾਇਰਲ ਹੋਈ ਸੀਗੀ, ਬੀਬੀ ਦੀ ਆਡੀਓ ਵਾਇਰਲ ਹੁੰਦੀ ਹੈ। ਬੀਬੀ ਕਹਿੰਦੀ ਕੌਣ ਹੁੰਦਾ ਮਾਨ, ਮੈਂ ਤਾਂ ਰਾਤੋਂ ਰਾਤ ਚੁਕਾ ਦੂੰਗੀ। 10 ਮਈ ਦੀ ਇਹ ਵੀਡੀਓ ਐ ਤੁਰੀ ਫਿਰਦੀ ਸੀ ਇੰਟਰਨੈਟ ਦੇ ਉੱਤੇ, ਤੇ ਬੀਬੀ ਨੂੰ ਫਿਰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਕਹਿੰਦੀ ਕਿ ਉਹਨੂੰ ਕਿਸੇ ਨੇ ਕਿਹਾ ਵੀ ਇਹ ਤਾਂ ਹੁਣ ਲੰਮੇ ਹੱਥੀ ਲੈਣਗੇ ਆਮ ਆਦਮੀ ਪਾਰਟੀ ਵਾਲੇ। ਕਹਿੰਦੀ ਮੈਂ ਇਹਨੂੰ ਲੈ ਲੈਣਾ, ਮੈਂ ਤਾਂ ਇਕੱਲੇ ਦੀ ਪੋਲ ਖੋਲੂੰਗੀ। ਹੁਣ ਤੁਸੀਂ ਦੇਖੋ ਐਡੀ ਸ਼ੌ ਜਿਹੜੀ ਕਹਿੰਦੀ ਹੈ ਕਿ ਮੈਨੂੰ ਭਗਵੰਤ ਮਾਨ ਅਰੈਸਟ ਕਰਕੇ ਦਿਖਾਵੇ। ਐਡੀ ਸ਼ੌ ਨਾ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਜੀ ਹਮ ਤੋਂ ਡੂਬेंगे तो ਕਈਆਂ ਕੋ ਲੈ ਡੂਬेंगे ਸਨਮ। ਉਹਨੇ ਵਾਇਰਲ ਆਡੀਓ 'ਚ ਕਿਹਾ ਵੀ ਆ ਕਿ ਮੈਂ ਇਕੱਲੇ ਦਾ ਚਿੱਠਾ ਖੋਲੂੰਗੀ। ਹਾਲਾਂਕਿ ਅਰੈਸਟ ਹੋ ਗਈ ਆ, ਹੁਣ ਦੇਖਦੇ ਹਾਂ ਕਿ ਕਿਹਦਾ ਚਿੱਠਾ ਖੁੱਲ੍ਹ ਕੇ ਬਾਹਰ ਆਉਂਦਾ। ਪਰ ਅੱਜ ਵਾਲੀ ਐਸਆਈਟੀ ਤੇ ਅੱਜ ਵਾਲਾ ਇਹ ਜਿਹੜੀ ਵੀਡੀਓ ਵਾਲਾ ਆਡੀਓ ਵਾਲਾ ਵਾਇਰਲ ਵਾਲਾ ਕਾਂਟ ਹੈ, ਇਹ ਦੋਹੇ ਇੱਕ ਦੂਸਰੇ ਨੂੰ ਦੇਖਣ ਵਾਲੇ। ਤੀਸਰਾ, ਨਸ਼ੇ ਨੂੰ ਲੈ ਕੇ ਜਿਹੜੀਆਂ ਮੌਤਾਂ ਨੇ ਉਹ ਵੀ ਥੰਮ ਨਹੀਂ ਰਹੀਆਂ। ਹਰ ਥਾਂ ਤੇ ਇਹੀ ਸਮੱਸਿਆ ਹੈ। ਦੇਖੋ ਨਵੀਂ ਸਰਕਾਰ ਆਈ, ਨਵੇਂ ਲੋਕ ਆਏ, ਸਭ ਨੂੰ ਚਾਅ ਚੜ ਗਿਆ ਔਰ ਅੱਜ ਵੀ ਬੜੀਆਂ ਉਮੀਦਾਂ ਨੇ। ਮੈਂ ਉਹੀ ਗੱਲ ਜਿੱਥੋਂ ਸ਼ੁਰੂਆਤ ਕੀਤੀ ਸੀ, ਮੈਂ ਉਹੀ ਗੱਲ ਦੁਬਾਰਾ ਕਹਿ ਰਿਹਾ, ਟੀਮ ਤਾਂ ਉਹੀ ਹੋ ਨਾ ਕੰਮ ਕਰਨ ਵਾਲੀ, ਬਿਊਰੋਕ੍ਰੇਸੀ ਉਹੀ ਹੈ, ਆਫਿਸਰਸ ਉਹੀ ਨੇ, ਆਫਿਸਰਸ ਦਾ ਬਾਕੀ ਸਟਾਫ ਵੀ ਉਹੀ ਹੈ, ਉਹੀ ਕਲਰਕ ਨੇ, ਉਹੀ ਚਪੜਾਸੀ ਨੇ, ਉਹੀ ਸਾਰੇ ਦਰਬਾਨ ਨੇ, ਉਹੀ ਸਾਰਾ ਸਿਸਟਮ ਹੈ। ਸਾਹਿਬ ਆ ਗਏ, ਸਲੂਟ ਮਾਰੋ। ਸੋਚ ਤਾਂ ਉਹੀ ਹੋ। ਉਸ ਨੂੰ ਕਿਵੇਂ ਫੜੋਗੇ? ਜਿਹੜੀ ਸਾਡੇ ਡੀਐਨਏ ਦੇ ਵਿੱਚ ਕਰਪਸ਼ਨ ਵੜੀ ਹੋਈ ਹੈ, ਉਹਨੂੰ ਕਿਵੇਂ ਕੱਢੋਗੇ? ਸਿਸਟਮ ਇਹ ਹੈ ਕਿਉਂਕਿ ਇਹਨਾਂ ਕੋਲ ਹੋਰ ਬੜੇ ਤਰੀਕੇ ਨੇ ਪੈਸੇ ਕਮਾਉਣ ਦੇ। ਇੱਕ ਪਾਸੋਂ ਹੱਥ ਪਾਓਗੇ, ਦੂਜੇ ਪਾਸੋਂ ਨਿਕਲ ਜਾਣਗੇ, ਕਿਉਂਕਿ ਇਹ ਪੁਰਾਣੇ ਘਾਗ ਨੇ। ਇਹਨਾਂ ਕੋਲ ਬਹੁਤ ਤਰੀਕੇ ਨੇ ਪੈਸੇ ਕਮਾਉਣ ਦੇ ਤੇ ਬਹੁਤ ਤਰੀਕੇ ਨੇ ਅੱਖਾਂ 'ਚ ਘੱਟਾ ਪਾਉਣ ਦੇ। ਹੁਣ ਉਹਨਾਂ ਨੂੰ ਕਿੱਦਾਂ ਸੰਭੋਗੇ? ਗੱਲ ਇਹ ਹੈ ਨਾ, ਹੁਣ ਮਾਨ ਸਾਹਿਬ ਤੇ ਹਰ ਥਾਂ ਤੇ ਜਾ ਕੇ ਕੰਮ ਨਹੀਂ ਨਾ ਕਰਨਗੇ। ਮਾਨ ਸਾਹਿਬ ਦੇ ਉੱਤੋਂ ਆਰਡਰਸ ਚਲੇ ਗਏ। ਜਿਹੜਾ ਹੁਣ ਉਹ ਆਖਰੀ ਕੋਨੇ ਤੇ ਬੰਦਾ ਬੈਠਾ, ਚਾਹੇ ਉਹ ਕਲਰਕ ਹੈ, ਉਸ ਤੋਂ ਅੱਗੇ ਚਾਹੇ ਉਹ ਚਪੜਾਸੀ ਹੈ, ਚਪੜਾਸੀ ਤੋਂ ਲੈ ਕੇ ਉੱਪਰ ਟੌਪ ਬਿਊਰੋਕ੍ਰੇਸੀ ਤੱਕ ਜਿੱਥੇ ਕਰਪਸ਼ਨ ਹੋਵੇ, ਆਪਾਂ ਕਿਸੇ ਨੂੰ ਫੋਕਸ ਨਹੀਂ ਕਰ ਰਹੇ, ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ, ਸਿੱਧੀ ਸਾਦੀ ਗੱਲ ਕਰ ਰਹੇ ਹਾਂ। ਜੋ ਸਿਸਟਮ ਵਿੱਚ ਸਭ ਜਾਣਦੇ ਨੇ ਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਨੇ, ਸਭ ਨੂੰ ਪਤਾ ਹੈ। ਜਿੱਧਰ ਮਰਜ਼ੀ ਹੱਥ ਮਾਰੋ ਉਧਰ ਸਕੈਮ, ਜਿੱਧਰ ਮਰਜ਼ੀ ਹੱਥ ਮਾਰੋ ਉਧਰ ਤੁਹਾਨੂੰ ਰਿਸ਼ਵਤਖੋਰੀ ਮਿਲੇਗੀ। ਵੱਡੇ ਵੱਡੇ IAS ਤੱਕ ਇਨਵੋਲਵ ਮਿਲਦੇ ਨੇ, ਜਿਹੜੇ ਪੋਲੀਟੀਸ਼ੀਅਨਸ ਦੇ ਨਾਲ ਮਿਲ ਕੇ ਕਰਪਸ਼ਨ ਦੇ ਵਿੱਚ ਇਨਵੋਲਵ ਨੇ, ਜਿਨ੍ਹਾਂ ਦੇ ਮਾਫੀਆ ਨਾਲ ਤੱਕ ਰਿਲੇਸ਼ਨਸ ਨਿਕਲਦੇ ਨੇ। ਕੀ ਹੈ ਕਿੱਦਾਂ ਮਾਨ ਸਾਹਿਬ ਕਿੱਥੇ ਕੀ ਕਰਨਗੇ? ਖੈਰ ਅਸੀਂ ਉਮੀਦ ਰੱਖਦੇ ਹਾਂ ਕਿ ਕਰਨਗੇ, ਪਰ ਸਾਹਮਣੇ ਤਾਂ ਸਮੱਸਿਆ ਹੈਗੀ ਜਿਹੜੀ ਇੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਵਾਕਈ ਸਮੱਸਿਆ ਤਾਂ ਪੂਰਾ ਨੈਟਵਰਕ ਹੈ। ਪਰ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਨਾ ਕਿ ਚੰਗੇ ਨਿਆਣੇ ਦੇ ਪੈਰ ਜਿਹੜੇ ਨੇ ਉਹ ਪਾਲਣੇ 'ਚੋਂ ਵੇਖਣੇ ਸ਼ੁਰੂ ਹੋ ਜਾਂਦੇ ਨੇ। ਇਹਦਾ ਹੱਲ ਇੱਕੋ ਹੀ ਆ, ਸਾਰੇ ਪੰਜਾਬੀ ਇਕੱਠੇ ਹੋ ਜਾਣ, ਏਕਾ ਕਰ ਲੈਣ। ਜਦੋਂ ਸਾਰੇ ਪੰਜਾਬੀ ਇਕੱਠੇ ਹੋ ਗਏ, ਏਕਾ ਕਰ ਲਿਆ, ਇਹ ਮੁੱਠੀ ਭਰ ਲੋਕ ਕਿੱਥੇ ਠਹਿਰਨਗੇ? ਵਾਕਈ ਤੁਹਾਡੀ ਗੱਲ ਬੜੀ ਦਰੁਸਤ ਆ। ਅੱਛਾ, ਮੈਂ ਗੱਲ ਕਹਿਣ ਡਿਆ ਸੀ ਵੀ ਚੰਗੇ ਨਿਆਣੇ ਦੇ ਪੈਰ ਨਾ ਪਾਲਣੇ 'ਚੋਂ ਕਹਿੰਦੇ ਵੇਖਣੇ ਸ਼ੁਰੂ ਹੋ ਜਾਂਦੇ ਆ। ਸਰਕਾਰ ਦੇ ਨਾਲ ਵੀ ਇਦਾਂ ਹੀ ਆ। ਚੰਗੀ ਸਰਕਾਰ ਦੇ ਜਿਹੜੇ ਇਸ਼ਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਸਰਕਾਰ ਸੋਚ ਵਧੀਆ। ਹੁਣ VVIPਆਂ ਦੀਆਂ ਸਿਕਿਉਰਿਟੀਆਂ ਵਾਪਸ ਲੈ ਲਈਆਂ, ਰਜਿੰਦਰ ਕੌਰ ਭੱਠਲ ਤੋਂ ਘਰ ਵਾਪਸ ਲਿਆ, ਸਿਕਿਉਰਿਟੀ ਵਾਪਸ ਲਈ।
ਇੱਦਾਂ ਹੀ ਨਵਤੇਜ ਚੀਮਾ ਕਾਂਗਰਸ ਦਾ, ਉਹਨਾਂ ਤੋਂ ਸਿਕਿਉਰਿਟੀ ਵਾਪਸ ਲਈ। ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਹੈ, ਉਹਨਾਂ ਤੋਂ ਸਿਕਿਉਰਿਟੀ ਵਾਪਸ ਲੈ ਲਈ, ਗੱਡੀਆਂ ਵਾਪਸ ਲੈ ਲਈਆਂ। ਕਈ ਦਰਜਨਾਂ ਗੱਡੀਆਂ ਜਿਹੜੀਆਂ ਨੇ ਉਹ ਮੁਕਤ ਹੋ ਗਈਆਂ। ਤਕਰੀਬਨ ਸਾਡੇ 200-300 ਜਿਹੜੇ ਪੁਲਿਸ ਵਾਲੇ ਬੰਦੇ ਸੀਗੇ ਉਹ ਮੁਕਤ ਹੋ ਗਏ। ਕਹਿੰਦੇ ਜੀ ਹੁਣ ਅਸੀਂ ਲੋਕਾਂ ਦੀ ਸਿਕਿਉਰਿਟੀ ਤੇ ਲਾਵਾਂਗੇ, ਇਹਨਾਂ ਦੀ ਸਿਕਿਉਰਿਟੀ ਤੋਂ। ਸੋ ਮੈਨੂੰ ਲੱਗਦਾ ਚੰਗਾ ਕਦਮ ਹੈ, ਬਿਲਕੁਲ ਚੰਗਾ ਕਦਮ ਹੈ, ਕਿਉਂਕਿ ਜੇ ਪੁਰਾਣਾ ਦੇਖੋ ਨਾ ਇਤਿਹਾਸ, ਕਈ ਵਾਰ 25-25 ਬੰਦੇ ਸਿਕਿਉਰਿਟੀ ਤੇ, ਇੱਕ ਥਾਂ ਤੇ ਮੇਰਾ ਖਿਆਲ 31 ਬੰਦੇ ਸਿਕਿਉਰਿਟੀ ਤੇ, ਇੰਨੇ ਵੀ ਸੀਗੇ। ਸੋ ਅੱਜ ਵੀ ਹੈਗੇ ਨੇ। ਔਰ ਪੁਰਾਣੇ ਵਕਤ ਵਿੱਚ ਕਈ ਐਸੇ ਆਫੀਸਰ ਸਹਿਬਾਨ ਸੀ ਜਿਨ੍ਹਾਂ ਨੇ ਇਲੀਗਲ ਤੌਰ ਤੇ ਮਤਲਬ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਪਰ ਗੈਰ ਕਾਨੂੰਨੀ ਤਰੀਕੇ ਨਾਲ, ਗੈਰ ਕਾਨੂੰਨੀ ਕਿੱਦਾਂ ਕਿ ਰੂਲਸ ਨੂੰ ਛਿੱਕੇ ਟੰਗ ਕੇ, ਔਰ ਉਵੇਂ ਹੀ ਪੁਲਿਸ ਮੁਲਾਜ਼ਮ ਉਹਨਾਂ ਨੇ ਆਪਣੀ ਕੋਠੀ ਦੇ ਉੱਤੇ ਸੇਵਾ ਕਰਨ ਵਾਸਤੇ ਰੱਖੇ ਹੋਏ ਨੇ, ਜਾਂ ਹੋਰ ਸਿਕਿਉਰਿਟੀ ਮੁਲਾਜ਼ਮ ਆਪਣੀ ਕੋਠੀ ਦੇ ਉੱਤੇ ਸੇਵਾ ਕਰਨ ਵਾਸਤੇ ਰੱਖੇ ਹੋਏ ਨੇ। ਬੱਚਿਆਂ ਨੂੰ ਛੱਡ ਕੇ ਆਉਣਾ ਹੈ, ਸਮਾਨ ਲੈ ਕੇ ਆਉਣਾ ਹੈ, ਸਬਜ਼ੀ ਲੈ ਕੇ ਆਉਣੀ ਹੈ, ਕੱਪੜੇ ਪ੍ਰੈਸ ਕਰਾ ਕੇ ਲੈ ਕੇ ਆਉਣੇ ਨੇ। ਦੱਸੋ ਇਹ ਕੰਮ ਕਰਨ ਵਾਸਤੇ ਉਹ ਭਰਤੀ ਹੋਏ ਸੀਗੇ ਸਿਕਿਉਰਿਟੀ ਦੇ ਵਿੱਚ, ਇਹ ਕੰਮ ਉਹਨਾਂ ਤੋਂ ਕਰਵਾਉਣੇ ਨੇ। ਔਰ ਜਦੋਂ ਬਾਅਦ ਵਿੱਚ ਇਹ ਸਾਰੇ ਰਾਜ਼ ਖੁੱਲ੍ਹਦੇ ਨੇ ਤਾਂ ਪੁਰਾਣਾ ਇਤਿਹਾਸ ਦੇਖੋ, ਕਈ ਆਫੀਸਰਸ ਸਸਪੈਂਸ਼ਨ ਤੱਕ ਪਹੁੰਚੇ ਕਿ ਇਹ ਤੁਸੀਂ ਕੀ ਕੰਮ ਫੜਿਆ ਹੋਇਆ। ਸੋ ਇਹ ਜਿਹੜਾ VVIP ਕਲਚਰ ਹੈ ਨਾ, ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਤੁਸੀਂ ਸਿਕਿਉਰਿਟੀ ਨੂੰ, ਗੈਰ ਕਾਨੂੰਨੀ ਉਹ ਇੱਦਾਂ ਹੋ ਜਾਂਦਾ ਕਿ ਰੂਲਸ ਤੁਹਾਨੂੰ ਅਲਾਉ ਨਹੀਂ ਕਰਦੇ, ਪ੍ਰੋਟੋਕੋਲ ਇਹ ਹੈ ਨਹੀਂ, ਤਾਂ ਉਸ ਦੇ ਖਿਲਾਫ ਤੁਸੀਂ ਜਾ ਕੇ ਆਪਣੇ ਕੋਲੋਂ ਬੰਦੇ ਰੱਖਦੇ ਹੋ ਜੋ ਤੁਹਾਨੂੰ ਅਲਾਉਡ ਹੀ ਨਹੀਂ ਹੈ ਅਕੋਰਡਿੰਗ ਟੂ ਰੂਲਸ। ਅੱਛਾ, ਇੱਕ ਗੱਲ ਹੋਰ ਵੀ ਹੈ, ਇਹ ਤਾਂ ਚਲੋ ਸਿਕਿਉਰਿਟੀ ਦੀ ਗੱਲ ਆ, ਬੜੇ ਸਾਰੇ 4 ਦਰਜਾ ਮੁਲਾਜ਼ਮ ਜਿਹੜੇ ਆ ਨਾ, ਉਹ ਕਿਸੇ ਜੱਜ ਦੇ ਘਰੇ ਅਪਾਇੰਟ ਹੋਏ ਹੁੰਦੇ ਨੇ। ਮਤਲਬ ਘਰ ਤੇ ਕੀ ਅਪਾਇੰਟ ਹੋਣਾ, ਉਹ ਜੱਜ ਦੇ ਲਈ ਅਪਾਇੰਟ ਹੋਏ ਹੁੰਦੇ ਨੇ, ਕਿਸੇ ਸੈਸ਼ਨ ਕੋਰਟ 'ਚ ਅਪਾਇੰਟ ਹੋਏ ਹੁੰਦੇ ਨੇ, ਪਰ ਜੱਜ ਸਾਹਿਬ ਉਹਨੂੰ ਫਿਰ ਨਾਲ ਹੀ ਰੱਖਦੇ। ਜੇ ਮੋਹਾਲੀ ਜੱਜ ਦੀ ਟਰਾਂਸਫਰ ਹੋ ਗਈ ਤੇ ਜੱਜ ਦੇ ਘਰੇ ਨਿਆਣੇ ਸਾਂਭਣਾ, ਪੋਚੇ ਲਾਉਣਾ, ਉਹ ਵਿਚਾਰੇ 4 ਦਰਜਾ ਦਾ ਹੀ ਕੰਮ ਆ। ਇਹ ਵੀ ਧੱਕੇ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ। ਇਹ ਉਹਨਾਂ ਦੀ ਸਰਵਿਸ ਰੂਲਸ ਦੇ ਵਿੱਚ ਲਿਖਿਆ ਹੋਇਆ। ਜਿਹੜੀ ACR ਜਾਂਦੀ ਹੈ, ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਜਾਂਦੀ ਹੈ, ਉਹਦੇ 'ਚ ਲਿਖਿਆ ਹੋਇਆ ਕਿ ਇਹ ਜੱਜ ਸਾਹਿਬ ਦੇ ਘਰ ਜਾ ਕੇ ਪੋਚੇ ਲਾਉਂਦਾ, ਬਹੁਤ ਵਧੀਆ ਪੋਚੇ ਲਾਉਂਦਾ। ਜਦੋਂ ਉਹਦੀ ਅਪਾਇੰਟਮੈਂਟ ਲੈਟਰ ਹੋਈ ਸੀ, ਅਪਾਇੰਟਮੈਂਟ ਲੈਟਰ ਦੇ ਵਿੱਚ ਕੀ ਉਹਨੂੰ ਲਿਖਿਆ ਗਿਆ ਸੀ, ਆਫਿਸ ਦੇ ਵਿੱਚ ਕੰਮ ਕਰਨ ਵਾਸਤੇ। ਅੱਛਾ, ਮੈਂ ਇਦਾਂ ਦਾ ਬੰਦਾ ਵੀ ਜਾਣਦਾ ਜਿਹਦੀ ਅਪਾਇੰਟਮੈਂਟ ਜਿਹੜੀ ਹੈ ਉਹ ਨਵਾਂ ਸ਼ਹਿਰ ਦੀ ਆ, ਤੇ ਉਹ ਚੰਡੀਗੜ੍ਹ ਕਿਸੇ ਜੱਜ ਦੀ ਹੋ ਜਾਂਦੀ ਬਦਲੀ, ਤੇ ਵਿਚਾਰਾ ਚੰਡੀਗੜ੍ਹ ਤੁਰਿਆ ਫਿਰਦਾ ਰਹਿੰਦਾ ਨਾਲ ਹੀ। ਔਰ ਖਾਤਾ ਇੱਧਰ ਸ਼ੋ ਹੁੰਦਾ, ਖਾਤਾ ਇੱਧਰ ਸ਼ੋ ਹੁੰਦਾ, ਤਨਖਾਹ ਇੱਧਰ ਪੈਂਦੀ ਹੈ, ਕੋਈ ਪੁੱਛਣ ਵਾਲਾ ਹੈ? ਉਹੀ ਇਦਾਂ ਦੀਆਂ ਮਨਮਾਨੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ। ਜਿਹੜੇ ਜੱਜ ਸਾਹਿਬ ਇਦਾਂ ਲਈ ਫਿਰਦੇ ਨੇ, ਜੱਜ ਸਾਹਿਬ ਨੂੰ ਪੁੱਛੋ ਜੇ ਉਹ ਹੈਗੇ ਨੇ, ਤੁਸੀਂ ਜਿੱਦਾਂ ਕਹਿ ਰਹੇ ਹੋ ਜੱਜ ਸਾਹਿਬ ਦਾ ਨਾਲ ਉਹ ਰਹਿੰਦੇ ਨੇ, ਚੰਡੀਗੜ੍ਹ ਹੈਗੇ ਨੇ, ਨਵਾਂ ਸ਼ਹਿਰ ਤੋਂ ਹੈਗੇ ਨੇ, ਹੁਣ ਉਹ ਜੱਜ ਸਾਹਿਬ ਨੂੰ ਪੁੱਛੋ ਇਹ ਜਸਟਿਸ ਹੈ? ਤੁਸੀਂ ਆਮ ਲਾਈਫ ਦੇ ਵਿੱਚ ਜਸਟਿਸ ਦਿੰਦੇ ਪਏ ਉਸ ਬੰਦੇ ਨੂੰ, ਫਿਰ ਤੁਸੀਂ ਕੋਰਟ ਦੇ ਵਿੱਚ ਜਾ ਕੇ ਲੋਕਾਂ ਨੂੰ ਜਸਟਿਸ ਕਿਵੇਂ ਦਿਓਗੇ? ਤੁਹਾਡੀ ਤਾਂ ਸੋਚ ਹੀ ਇੱਦਾਂ ਦੀ ਹੈ। ਅਦਰਵਾਈਜ਼ ਤੁਸੀਂ ਦੇਖੋ ਜਿੰਨਾ ਕੰਮ ਹੈ, ਜਿੰਨਾ ਵਰਕਲੋਡ ਹੈ ਜੁਡੀਸ਼ਰੀ ਦੇ ਵਿੱਚ, ਤੁਸੀਂ ਜਾ ਕੇ ਦੇਖੋ ਜਿੰਨਾ ਵਰਕਲੋਡ ਹੈ ਮੁਲਾਜ਼ਮਾਂ ਦੇ ਉੱਤੇ, ਅਕੋਰਡਿੰਗ ਟੂ ਰੂਲਸ ਉਹਨਾਂ ਵਰਕਲੋਡ ਹੋਣਾ ਚਾਹੀਦਾ। ਉਹਨਾਂ ਸਟਾਫ ਨਹੀਂ ਹੈ ਜਿੰਨਾ ਕੰਮ ਹੈ, ਸਟਾਫ ਘੱਟ ਹੈ, ਕੰਮ ਜ਼ਿਆਦਾ ਹੈ। ਨਹੀਂ, ਮੈਂ ਸਿਰਫ ਉਦਾਹਰਣ ਦਿੱਤੀ ਹੈ ਵੀ ਨਵਾਂ ਸ਼ਹਿਰ ਹੈ ਕਿ ਚੰਡੀਗੜ੍ਹ, ਥਾਂ ਤੇ ਕਿਤੇ ਵੀ ਤੁਸੀਂ ਜਾ ਕੇ ਦੇਖ ਲਓ, ਡਿਪਾਰਟਮੈਂਟ ਦੇ ਅੰਦਰ ਤੁਹਾਨੂੰ ਸਟਾਫ ਘੱਟ ਮਿਲੇਗਾ, ਕੰਮ ਜ਼ਿਆਦਾ ਮਿਲੇਗਾ, ਵਰਕਲੋਡ ਹੈ। ਹੁਣ ਜਿਹੜੇ ਉੱਥੇ ਮੁਲਾਜ਼ਮ ਨੇ, ਜਿਹੜੇ ਉਹ ਕਲਰਕਸ ਨੇ, ਜਾਂ ਜਿਹੜੇ ਵੀ ਉਹ ਪੀਓਨਸ ਨੇ, ਜਾਂ ਜਿਹੜੇ ਵੀ ਕੰਮ ਕਰਨ ਵਾਲੇ ਅਸਿਸਟੈਂਟਸ ਨੇ, ਜੋ ਵੀ ਨੇ, ਜਿਨ੍ਹਾਂ ਉੱਤੇ ਵਰਕਲੋਡ ਹੈ, ਇੱਕ ਬੰਦਾ 2-2 ਬੰਦਿਆਂ ਦਾ ਜਾਂ 3-3 ਬੰਦਿਆਂ ਦਾ ਕੰਮ ਕਰਦਾ ਪਿਆ, ਉਹਨਾਂ ਨੂੰ ਜਸਟਿਸ ਮਿਲਦਾ ਪਿਆ? ਜੇ ਡਿਪਾਰਟਮੈਂਟ ਦੇ ਅੰਦਰ ਜਸਟਿਸ ਨਹੀਂ ਮਿਲਦਾ ਪਿਆ, ਮੈਨੂੰ ਲੱਗਦਾ ਕਿ ਜਿੱਦਾਂ ਪੰਚਾਇਤੀ ਜ਼ਮੀਨਾਂ ਛਡਾਈਆਂ ਤੇ ਇਦਾਂ ਇਹ ਵੀ ਮੁਲਾਜ਼ਮ ਵਿਚਾਰੇ ਛਡਾਉਣੇ ਚਾਹੀਦੇ ਆ। ਬਿਲਕੁਲ, ਤੁਸੀਂ ਦੇਖੋ ਨਾ ਫਿਰ ਲੋਕਾਂ ਨੂੰ ਕਿਵੇਂ ਜਸਟਿਸ ਮਿਲੇਗਾ? ਕਿਉਂਕਿ ਮਤਲਬ ਤੁਸੀਂ ਦੇਖੋ ਲੋਡ ਹੈ, ਅਨਨੈਸੈਸਰੀ ਲੋਡ ਆ। ਮਤਲਬ ਇਹ ਹੈ ਕਿ ਅਗਰ ਤੁਹਾਡੇ ਕੋਲ ਪਾਵਰ ਹੈ ਤਾਂ ਤੁਸੀਂ ਉਹਦਾ ਸਹੀ ਇਸਤੇਮਾਲ ਕਿਉਂ ਨਹੀਂ ਕਰਦੇ? ਜੇ ਤੁਸੀਂ ਸਹੀ ਇਸਤੇਮਾਲ ਨਹੀਂ ਕਰਦੇ, ਇਟ ਮੀਨਸ ਯੂ ਆਰ ਬੇਸਿਕਲੀ ਆਫ ਕਰਪਟ ਮਾਈਂਡ ਦੇ ਹੀ ਹੋ ਤੁਸੀਂ, ਕਰਪਟ ਸੋਚ ਹੀ ਹੈ ਤੁਹਾਡੀ। ਜਦੋਂ ਤੁਸੀਂ ਆਪਣੀ ਪਾਵਰਸ ਦਾ ਗਲਤ ਇਸਤੇਮਾਲ ਕਰਦੇ ਹੋ, ਯੂ ਆਰ ਆਫ ਕਰਪਟ ਮਾਈਂਡ, ਯੂ ਆਰ ਆਫ ਕਰਪਟ ਥਿੰਕਿੰਗ। ਅੱਛਾ, ਅੱਜ ਉਹ ਕਰਪਸ਼ਨ ਹਰ ਥਾਂ ਤੇ ਦਿਖਾਈ ਦੇ ਸਕਦੀ ਹੈ। ਚਲੋ ਆਪਾਂ ਹੁਣ ਅਗਲੀ ਖਬਰ ਵੀ ਲੈ ਲਈਏ। ਮੈਨੂੰ ਲੱਗਦਾ ਆਪਾਂ ਨਾ ਭਾਵਕ ਨਾ ਹੋਈਏ। ਭਾਵਕ ਨਹੀਂ ਹੁੰਦੇ ਆਪਾਂ, ਸਿੱਧੀ ਸਿਸਟਮ ਦੀ ਗੱਲ ਕਰਦੇ ਹਾਂ ਕਿ ਮਾਨ ਸਾਹਿਬ ਦੇ ਐਂਗਲ ਤੋਂ, ਮਾਨ ਸਾਹਿਬ ਦੇ ਪੁਆਇੰਟ ਆਫ ਵਿਊ ਤੋਂ ਡਿਸਕਸ ਕਰਦੇ ਹਾਂ ਕਿ ਕੱਲਾ ਮਾਨ ਸਾਹਿਬ ਦਾ ਕੰਮ ਨਹੀਂ ਹੈ ਪੰਜਾਬ ਨੂੰ ਠੀਕ ਕਰਨਾ, ਸਾਰੇ ਪੰਜਾਬੀਆਂ ਦਾ ਕੰਮ ਹੈ। ਪਹਿਲਾਂ ਆਪਣੇ ਆਪ ਨੂੰ ਦਰੁਸਤ ਕਰ ਲਈਏ, ਫਿਰ ਇਹ ਬਾਹਰ ਨੂੰ ਦਰੁਸਤ ਕਰਾਂਗੇ ਨਾ। ਇਸ ਕਰਕੇ ਮੈਂ ਕਹਿੰਦਾ ਆਪਾਂ ਇਕੱਠੇ ਹੋ ਜਾਈਏ, ਏਕੇ ਦੇ ਵਿੱਚ ਹੀ ਪੰਜਾਬ ਰੰਗਲਾ ਪੰਜਾਬ। ਜਿਹੜੀ ਅਗਲੀ ਖਬਰ ਉਹ ਵੀ ਏਕੇ ਦੀ ਆ, ਦੱਸੋ। ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੀ। ਸਿਮਰਜੀਤ ਸਿੰਘ ਮਾਨ ਪ੍ਰਸ਼ੰਸਾ ਵੀ ਕਰਦੇ ਆ ਵੀ ਐਦਾਂ ਇਕੱਠੇ ਹੋਣਾ ਚਾਹੀਦਾ। ਐਦਾਂ ਹੀ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਹੁਣੀ ਵੀ ਕਹਿੰਦੇ ਨੇ ਕਿ ਐਦਾਂ ਹੀ ਹੋਣਾ ਚਾਹੀਦਾ, ਨਿਰਣੇ ਲੈਣੇ ਚਾਹੀਦੇ ਆ। ਦਰਅਸਲ ਇਹ ਮਾਮਲਾ ਜਿਹੜਾ ਸੀਗਾ, ਇਹ ਸਿੱਖ ਜਿਹੜੇ ਜਬੰਦੀ ਸਿੰਘ ਨੇ ਉਹਨਾਂ ਦੇ ਲਈ ਆ ਵੀ ਅਸੀਂ ਹੁਣ ਆਵਾਜ਼ ਉਠਾਵਾਂਗੇ ਤੇ ਹੋ ਸਕਿਆ ਤੇ ਅਸੀਂ ਗਵਰਨਰਸ ਨੂੰ ਲਿਖਾਂਗੇ, ਰਾਸ਼ਟਰਪਤੀ ਨੂੰ ਲਿਖਾਂਗੇ, ਤੇ ਜੇ ਹੋ ਸਕਿਆ ਵੀ ਸਾਨੂੰ ਫਿਰ ਧਰਨਾ ਵੀ ਲਾਉਣੇ ਪੈਣ ਤੇ ਧਰਨੇ ਵੀ ਲਾਵਾਂਗੇ।
ਤੁਹਾਨੂੰ ਤੁਸੀਂ ਆਪਾਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ ਕਿਉਂਕਿ ਇਹ ਵੱਡਾ ਮਸਲਾ ਜਦੋਂ ਅਸੀਂ ਕੌਮ ਦੀ ਗੱਲ ਕਰਦੇ ਹਾਂ ਔਰ ਜਿਹੜੇ ਸਜ਼ਾ ਭੁਗਤ ਹੋ ਗਏ ਨੇ ਸਜ਼ਾ ਯਾਫਤਾ ਨੇ ਹੁਣ ਸਜ਼ਾ ਖਤਮ ਹੋ ਗਈ ਹੈ ਤਾਂ ਫਿਰ ਉਹਨਾਂ ਨੂੰ ਬਾਹਰ ਨਿਕਲਣ ਦਾ ਪੂਰਾ ਹੱਕ ਹੈ। ਤੁਸੀਂ ਦੇਖੋ 30 ਸਾਲ ਸਾਰੀ ਜ਼ਿੰਦਗੀ 30 ਸਾਲ ਥੋੜੇ ਨਹੀਂ ਹੁੰਦੇ ਪਰ ਫਿਰ ਪੋਲੀਟੀਕਲ ਨੇਤਾ ਕਹਿੰਦੇ ਆ ਜੀ ਸਾਰੀ ਜ਼ਿੰਦਗੀ ਸਾਰੀ ਜਵਾਨੀ ਉਹਨਾਂ ਦੀ ਜੇਲ੍ਹਾਂ ਦੇ ਵਿੱਚ ਪਿੱਛੋਂ ਪਰਿਵਾਰ ਉਹ ਸੁਖੀ ਨੇ ਉਹਨਾਂ ਤੋਂ ਵੱਧ ਤਕਲੀਫ 'ਚ ਨੇ ਪਤਾ ਨਹੀਂ ਕਿੱਥੇ ਭੱਜ ਦੌੜ ਚੱਲਦੀ ਪਈ ਹੈ ਕਿਹੜੀ ਕੋਰਟ ਕਿੱਥੇ ਨਹੀਂ ਗਏ ਹੋਣਗੇ ਠੀਕ ਹੈ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਬੀਵੀ ਬੱਚੇ ਉਹਨਾਂ ਦੇ ਮਾਂ-ਬਾਪ ਮਿਲ ਸਕਦੇ ਨੇ ਜਦੋਂ ਡੈਥ ਹੋਏਗੀ ਕਿਸੇ ਦੀ ਘਰ ਦੇ ਵਿੱਚ ਕਿੰਨੀ ਕੁ ਵਾਰ ਜਾ ਸਕਣਗੇ ਪੈਰੋਲ ਮਿਲੀ ਉਹਨਾਂ ਨੂੰ ਪੈਰੋਲ ਵੀ ਨਹੀਂ ਜਿਹੜੀ ਹੈ ਫਰਲੋ ਲੀਵ ਜਿਹਨੂੰ ਕਹਿੰਦੇ ਨੇ ਮੇਰਾ ਖਿਆਲ ਸ਼ਾਇਦ ਹੀ ਮਿਲੀ ਹੋਵੇ ਇਹ ਕਿਸੇ ਵੱਡੇ ਲੋਕਾਂ ਨੂੰ ਮਿਲਦੀ ਉਹਨਾਂ ਨੂੰ ਥੋੜੀ ਮਿਲਣਗੀ ਫਿਰ ਉਹ ਤੁਹਾਡੀ ਗੱਲ ਆ ਗਈ ਨਾ ਹਿਊਮਨ ਰਾਈਟਸ ਕਿੱਥੇ ਨੇ ਸੋ ਗੱਲ ਇਹ ਹੈ ਕਿ ਤੁਸੀਂ ਇੱਕ ਵਾਰੀ ਕਹਿ ਦਿੱਤਾ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਤੁਸੀਂ ਉਹਨਾਂ ਨੂੰ ਸਜ਼ਾ ਦੇ ਦਿੱਤੀ ਨਾਓ ਔਨ ਵਾਟ ਬੇਸਿਸ ਹੋ ਗਈ ਸਜ਼ਾ ਸਾਰੀ ਜ਼ਿੰਦਗੀ ਤੇ ਤੁਸੀਂ ਉਹਨਾਂ ਦੀ ਜੇਲ੍ਹਾਂ 'ਚ ਕਟਵਾ ਲਈ ਨਾਓ ਵਾਟ ਚਲੋ ਵਾਟਐਵਰ ਕਿ ਤੁਹਾਡਾ ਜੋ ਕੋਰਟ ਦਾ ਮਸਲਾ ਹੈ ਤੁਹਾਡਾ ਜੋ ਲਾਅ ਦਾ ਮਸਲਾ ਹੈ ਉਹ ਠੀਕ ਹੈ ਲਾਅ ਚੱਲ ਰਿਹਾ ਹੈ ਕੋਰਟ ਚੱਲ ਰਹੀ ਹੈ ਆਪਣੀ ਜਗ੍ਹਾ ਚੱਲ ਰਹੀ ਹੈ ਬਟ ਇਹ ਗੱਲ ਨਾਲ ਆ ਰਹੀ ਹੈ ਨਾ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਕਿ ਜਦੋਂ ਆਪਣੀ ਸਜ਼ਾ ਪੂਰੀ ਲੈ ਚੁੱਕੇ ਨੇ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਕੋਰਡਿੰਗ ਟੂ ਲਾਅ ਤਾਂ ਹੁਣ ਤੁਹਾਨੂੰ ਸੋਚਣਾ ਚਾਹੀਦਾ ਉਹਨਾਂ ਦੀ ਰਿਹਾਈ ਬਾਰੇ ਕਿੰਨੀ ਕੁ ਜ਼ਿੰਦਗੀ ਉਹਨਾਂ ਦੀ ਤੁਸੀਂ ਜੇਲ੍ਹਾਂ ਦੇ ਵਿੱਚ ਹੀ ਰੱਖਣੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਆਖਰੀ ਸਾਹ ਵੀ ਉਹ ਜੇਲ੍ਹ ਦੇ ਵਿੱਚ ਹੀ ਲੈਣ ਮਤਲਬ ਔਨ ਵਾਟ ਬੇਸਿਸ ਜਾਂ ਤਾਂ ਕੋਈ ਬੇਸ ਹੋਵੇ ਜਾਂ ਤਾਂ ਕੋਈ ਗਰਾਊਂਡ ਹੋਵੇ। ਵਾਕਈ ਸੰਜੀਵ ਜੀ ਰਾਜਨੇਤਾ ਤੇ ਕਹਿੰਦੇ ਨੇ ਕਿ ਇਹ ਸਮਾਜ ਲਈ ਬਹੁਤ ਖਤਰਨਾਕ ਯਾਰ ਸਾਨੂੰ ਨਾ ਉਹੀ ਗੱਲ ਹੈ ਕਿ ਸਾਰੀਆਂ ਗੱਲਾਂ ਸੋਚ ਕੇ ਹੁਣ ਮੈਂ ਇੱਕ ਸ਼ਬਦ ਇਸਤੇਮਾਲ ਕੀਤਾ ਯਾਰ ਦਾ ਮਤਲਬ ਮਿੱਤਰ ਅਸੀਂ ਸਾਰੇ ਹੀ ਯਾਰ ਆ ਇੱਕ ਦੂਜੇ ਦੇ ਕਿਉਂਕਿ ਜਦੋਂ ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ ਨਾ ਪੀਰਾਂ ਪੈਗੰਬਰਾਂ ਦੀ ਗੱਲ ਕਰਦੇ ਹਾਂ ਉਹ ਤੇ ਮਾਲਿਕ ਨੂੰ ਵੀ ਯਾਰ ਕਹਿ ਦਿੰਦੇ ਨੇ ਤਾਂ ਦੇਖਿਆ ਜਾਵੇ ਤਾਂ ਅਸੀਂ ਸਾਰੇ ਯਾਰ ਹਾਂ ਆਪਸ ਦੇ ਵਿੱਚ ਤਾਂ ਦੇਖਿਆ ਤਾਂ ਜਾਵੇ ਕਿ ਇੱਕ ਬੰਦਾ ਸਫ਼ਰ ਕਰ ਰਿਹਾ ਉਹ ਕਿਉਂ ਸਫ਼ਰ ਕਰ ਰਿਹਾ ਉਹਨਾਂ ਨਾਲ ਗੱਲਬਾਤ ਤਾਂ ਕਰੋ ਉਹਦੇ 'ਚ ਕੀ ਚੇਂਜਸ ਆ ਗਈਆਂ ਕਿੱਦਾਂ ਉਹ ਬੰਦਾ ਟਰਾਂਸਫਾਰਮ ਹੋ ਚੁੱਕਾ ਹੈ ਕੀ ਕੁਝ ਹੋ ਚੁੱਕਾ ਉਹਦੀ ਫੈਮਿਲੀ ਦੇ ਹਾਲਾਤ ਕੀ ਨੇ ਉਹਦੀ ਫੈਮਿਲੀ ਕਿਵੇਂ ਚੱਲਦੀ ਹੋਏਗੀ ਉਹਦੇ ਫੈਮਿਲੀ ਦੇ ਵਿੱਚ ਖਾਣਾ ਪਾਣੀ ਕਿੱਦਾਂ ਚੱਲਦਾ ਹੋਏਗਾ ਸੋਰਸ ਆਫ ਇਨਕਮ ਕੀ ਹੋਣਾ ਸਭ ਕੁਝ ਦੇਖਣਾ ਪੈਣਾ ਵਾਕਈ ਸਭ ਕੁਝ ਵੇਖਣਾ ਪੈਣਾ ਪਰ ਰਾਜਨੇਤਾ ਕਹਿੰਦੇ ਨੇ ਕਿ ਇਹ ਸਮਾਜ ਲਈ ਖਤਰਨਾਕ ਨੇ ਉਹਨਾਂ ਲੋਕਾਂ ਨੂੰ ਵੀ ਖਤਰਨਾਕ ਨੇ ਜਿਨ੍ਹਾਂ ਨੂੰ ਇਲੈਕਸ਼ਨ ਦੇ ਕੋਲ ਆ ਕੇ ਫਰਲੋ ਮਿਲ ਜਾਂਦੀ ਹੈ। ਲਗਾਤਾਰ ਅਸੀਂ ਤਬਸਰਾ ਕਰਦੇ ਰਹਾਂਗੇ ਕਰੰਟ ਮੁੱਦਿਆਂ ਦੇ ਉੱਤੇ ਕਰੰਟ ਖਬਰਾਂ ਦੇ ਉੱਤੇ ਤੁਸੀਂ ਦੇਖਦੇ ਰਹੋ ਪੰਜਾਬ ਮੇਰੀ USA TV ਸਤਿ ਸ਼੍ਰੀ ਅਕਾਲ ਜੀ।